ਸਵਾਗਤ ਹੈ ਜੀ ਤੁਹਾਡਾ ਫਿਰ ਤੋਂ। ਆਪਾਂ ਅੱਜ ਸ਼ੁਰੂ ਕਰਾਂਗੇ 41ਵੇਂ ਕੁਐਸਚਨ ਤੋਂ। ਇਹ ਕੁਐਸਚਨ ਹੈ ਜੀ, ਹੂ ਅਮੰਗ ਦਾ ਫੋਲੋਇੰਗ ਹੈਜ਼ ਦਾ ਕੰਸਟੀਟਿਊਸ਼ਨਲ ਅਥਾਰਟੀ ਟੂ ਮੇਕ ਰੂਲਸ ਐਂਡ ਰੈਗੂਲੇਸ਼ਨਸ ਫਿਕਸਿੰਗ ਦਾ ਨੰਬਰ ਆਫ ਮੈਂਬਰਸ ਆਫ ਦ UPSC। ਕਿਸ ਕੋਲ ਸੰਵਿਧਾਨਿਕ ਸ਼ਕਤੀ ਹੈ, ਅਥਾਰਟੀ ਹੈ, ਪਾਵਰ ਹੈ ਜੋ UPSC ਹੈ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਜੋ ਉਸ ਦੇ ਰੂਲ ਅਤੇ ਰੈਗੂਲੇਸ਼ਨ ਅਤੇ ਉਸ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਫਿਕਸ ਕਰਦੀ ਹੈ, ਅਤੇ ਉਹ ਪਾਵਰ ਹੈਗੀ ਪ੍ਰੈਜ਼ੀਡੈਂਟ ਦੇ ਕੋਲ। ਹੁਣ UPSC ਹੈ ਉਹ ਸੰਵਿਧਾਨ ਦੇ ਵਿੱਚ ਕਿੱਥੇ ਹੁੰਦੀ ਆ, ਪਾਰਟ 14ਵਾਂ ਜਿਹੜਾ 14th ਪਾਰਟ ਹੈ ਜਿਹੜਾ, ਉਹਦੇ ਵਿੱਚ ਆਰਟੀਕਲ 315 ਤੋਂ 323 ਤੱਕ UPSC ਦਾ ਜ਼ਿਕਰ ਕੀਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਆਪਾਂ ਅੱਗੇ ਵਧਦੇ ਹਾਂ। ਅਤੇ ਜਿਹੜੀ UPSC ਹੈ ਇਹ ਇੰਡੀਪੈਂਡੈਂਟ ਕੰਸਟੀਟਿਊਸ਼ਨਲ ਬੋਡੀ ਹੈ। ਠੀਕ ਹੈ ਜੀ, ਅਗਲਾ ਕੁਐਸਚਨ 42ਵਾਂ ਦੇਖਦੇ ਹਾਂ। Under whose advice the President of India declares emergency under Article 352। ਓਕੇ ਜੀ, ਪ੍ਰੈਜ਼ੀਡੈਂਟ ਜਿਹੜਾ ਉਹ ਡਿਕਲੇਅਰ ਕਰਦਾ ਐਮਰਜੈਂਸੀ 352 ਦੇ ਤਹਿਤ, ਆਰਟੀਕਲ ਦੇ ਤਹਿਤ, ਅਨੁਛੇਦ ਦੇ ਤਹਿਤ, ਧਾਰਾ ਦੇ ਤਹਿਤ। ਅਤੇ ਉਹ ਕਿਸ ਦੀ ਐਡਵਾਈਸ ਨਾਲ ਕਰਦਾ ਹੈ? ਉਹ ਕਰਦਾ ਜੀ ਕੈਬਨਿਟ ਦੀ। ਕੈਬਨਿਟ ਹੈ ਜੋ ਉਹ ਪ੍ਰਾਈਮ ਮਿਨਿਸਟਰ ਨੂੰ ਸਲਾਹ ਮਸ਼ਵਰਾ ਕਰਨ ਲਈ, ਅਤੇ ਉਹਨਾਂ ਦੇ ਮੰਤਰੀ ਬਣਾਏ ਹੁੰਦੇ ਨੇ, ਸਿਲੈਕਟਡ ਹੁੰਦੇ ਨੇ ਜੋ ਬਹੁਤ ਥੋੜ੍ਹੇ ਹੁੰਦੇ ਨੇ। ਕੈਬਨਿਟ ਹੁੰਦੀ ਹੈ ਅਤੇ ਇੱਕ ਕੌਂਸਲ ਆਫ ਮਿਨਿਸਟਰਸ ਹੁੰਦੀ ਹੈ। ਕੌਂਸਲ ਆਫ ਮਿਨਿਸਟਰ ਹੁੰਦੀ ਹੈ ਜ਼ਿਆਦਾ, ਜਿਹੜੀ ਕਿ ਕਿਸੇ ਵੀ ਡਿਪਾਰਟਮੈਂਟ ਜਾਂ ਪੋਰਟਫੋਲੀਓ ਹੁੰਦੇ ਨੇ, ਜਿਵੇਂ ਕਿ ਐਜੂਕੇਸ਼ਨ, ਐਗਰੀਕਲਚਰ ਨੂੰ ਦਿੱਤਾ ਜਾਂਦਾ, ਪਰ ਕੈਬਨਿਟ ਉਸ ਤੋਂ ਛੋਟੀ ਹੁੰਦੀ ਹੈ, ਜੋ ਐਡਵਾਈਸ ਕਰਦੀ ਹੈ ਪ੍ਰੈਜ਼ੀਡੈਂਟ ਨੂੰ ਜਦੋਂ ਐਮਰਜੈਂਸੀ ਲੱਗਣੀ ਹੁੰਦੀ ਹੈ, ਲਵਾਉਣੀ ਹੁੰਦੀ ਹੈ, ਜਾਂ 352 ਦੇ ਤਹਿਤ। ਤਾਂ 352 ਦੇ ਤਹਿਤ ਕਿਹੜੀ ਜਿਹੜੀ ਐਮਰਜੈਂਸੀ ਲੱਗੂਗੀ, ਉਹ ਲੱਗਣੀ ਜੀ ਜਦੋਂ ਕੋਈ ਬਾਹਰੋਂ ਹਮਲਾ ਹੋ ਜਾਵੇ, ਐਕਸਟਰਨਲ ਐਗਰੈਸ਼ਨ ਹੋ ਜਾਵੇ, ਤਾਂ ਨੈਸ਼ਨਲ ਐਮਰਜੈਂਸੀ ਲੱਗਦੀ ਹੈ 352 ਦੇ ਨਾਲ। ਅਤੇ ਇੱਕ ਉਸ ਤੋਂ ਬਾਅਦ ਤਿੰਨ ਐਮਰਜੈਂਸੀਆਂ ਨੇ ਸੰਵਿਧਾਨ ਦੇ ਵਿੱਚ, ਇੱਕ ਤਾਂ 352, ਦੂਜੀ ਹੈ 356, ਉਹ ਹੈਗੀ ਹੈ ਸਟੇਟ ਦੀ ਐਮਰਜੈਂਸੀ, ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਹੁੰਦੇ ਨੇ ਜਿਹਨੂੰ। 356 ਦੇ ਨਾਲ ਸਟੇਟ ਐਮਰਜੈਂਸੀ ਲੱਗਦੀ ਹੈ ਜੀ, ਜਿਹਨੂੰ ਪ੍ਰੈਜ਼ੀਡੈਂਟ ਰੂਲ ਕਹਿੰਦੇ ਨੇ। ਅਤੇ ਉਸ ਤੋਂ ਬਾਅਦ ਤੀਜੀ ਹੈ 360 ਆਰਟੀਕਲ, ਉਹ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ। ਤਾਂ ਇਹ ਕੁਐਸਚਨ ਅੱਗੇ ਵੀ ਆਊਗਾ, ਆਪਾਂ ਉਹ ਤੋਂ ਦੇਖਾਂਗੇ। ਚੱਲਦੇ ਹਾਂ ਅੱਗੇ। ਅਗਲਾ ਕੁਐਸਚਨ ਹੈ ਜੀ, ਹੂ ਐਕਟਸ ਐਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਵੈਨ ਨੀਦਰ ਦਾ ਪ੍ਰੈਜ਼ੀਡੈਂਟ ਨੋਰ ਦਾ ਵਾਈਸ ਪ੍ਰੈਜ਼ੀਡੈਂਟ ਇਜ਼ ਅਵੇਲੇਬਲ। ਜਦੋਂ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ ਇੰਡੀਆ ਦਾ ਅਤੇ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ, ਤਾਂ ਉਸ ਵੇਲੇ ਪ੍ਰੈਜ਼ੀਡੈਂਟ ਦਾ ਜਿਹੜਾ ਰੋਲ ਹੈ ਉਹ ਕੌਣ ਅਦਾ ਕਰਦਾ ਹੈ? ਸੀਨੀਅਰ ਮੋਸਟ ਗਵਰਨਰ ਆਫ ਏ ਸਟੇਟ, ਚੀਫ ਜਸਟਿਸ ਆਫ ਇੰਡੀਆ, ਸਪੀਕਰ ਆਫ ਲੋਕ ਸਭਾ, ਆਡੀਟਰ ਜਨਰਲ ਆਫ ਇੰਡੀਆ। ਤਾਂ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ, ਤਾਂ ਇਹਦਾ ਆਨਸਰ ਹੈ ਜੀ ਚੀਫ ਜਸਟਿਸ ਆਫ ਇੰਡੀਆ। ਜਦੋਂ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ, ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾ ਹੋਣ, ਤਾਂ ਉਦੋਂ ਮੁੱਖ ਜੱਜ ਸੁਪਰੀਮ ਕੋਰਟ ਦਾ ਪ੍ਰੈਜ਼ੀਡੈਂਟ ਦੇ ਤੌਰ 'ਤੇ ਡਿਊਟੀ ਕਰਦਾ। ਅਤੇ ਜਦੋਂ ਚੀਫ ਜਸਟਿਸ ਆਫ ਇੰਡੀਆ ਵੀ ਨਾ ਹੋਵੇ, ਤਾਂ ਉਸ ਵੇਲੇ ਕੌਣ ਕਰਦਾ? ਤਾਂ ਉਦੋਂ ਸੀਨੀਅਰ ਮੋਸਟ ਜੱਜ ਆਫ ਦੀ ਸੁਪਰੀਮ ਕੋਰਟ, ਉਹ ਵੀ ਸੁਪਰੀਮ ਕੋਰਟ ਦੇ ਵਿੱਚੋਂ ਲੈ ਜਾਂਦਾ, ਜਿਹੜਾ ਕਿ ਸੀਨੀਅਰ ਹੁੰਦਾ। ਠੀਕ ਹੈ ਜੀ, ਅਤੇ CGI ਦੀ ਗੱਲ ਕਰ ਲੈਂਦਾ ਹੁਣ। CGI ਚੀਫ ਜਸਟਿਸ ਆਫ ਇੰਡੀਆ ਹੈ, ਉਹ ਕੌਣ ਹੈ? ਉਹ ਹੈਗੇ NV ਰਮਨਾ। ਅਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਨੇ ਉਹ ਹੈਗੇ ਨੇ 26 ਐਟ ਪ੍ਰੈਜ਼ੈਂਟ ਟਾਈਮ। ਠੀਕ ਹੈ ਜੀ, ਮੈਕਸੀਮਮ ਟਾਈਮ ਹੈ ਜਿਹੜਾ, ਮੈਕਸੀਮਮ ਜਿਹੜੇ ਜੱਜ ਨੇ ਉਹ ਹੈਗੇ ਨੇ 34, ਪਰ ਹੁਣ ਹੈਗੇ ਨੇ 26। ਤਾਂ ਜਿਹੜਾ ਸੁਪਰੀਮ ਕੋਰਟ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਉਹ ਆਉਂਦਾ 124। ਠੀਕ ਹੈ, ਸੁਪਰੀਮ ਕੋਰਟ ਦਾ ਆਰਟੀਕਲ ਹੈ 124। ਅਤੇ ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਅਗਲਾ ਕੁਐਸਚਨ ਹੈ ਜੀ, ਏ ਪ੍ਰੋਕਲੇਮੇਸ਼ਨ ਆਫ ਐਮਰਜੈਂਸੀ ਇਸ਼ੂਡ ਅੰਡਰ ਆਰਟੀਕਲ 36 ਮਸਟ ਬੀ ਅਪਰੂਵਡ ਬਾਈ ਦਾ ਪਾਰਲੀਮੈਂਟ ਵਿਦਿਨ 2 months। ਜਿਹੜਾ 36 ਆਰਟੀਕਲ ਦੇ ਤਹਿਤ ਐਮਰਜੈਂਸੀ ਲਵਾਉਣੀ ਹੋਵੇ, ਤਾਂ ਉਹ ਪਾਰਲੀਮੈਂਟ ਦੁਆਰਾ 2 ਮਹੀਨਿਆਂ ਦੇ ਵਿੱਚ ਪਾਸ ਜਾਂ ਅਪਰੂਵ ਕਰ ਲਿਆ ਜਾਂਦਾ ਹੈ, ਕਰ ਲੈਣਾ ਜ਼ਰੂਰੀ ਹੈ। ਅਗਲਾ ਕੁਐਸਚਨ ਦੇਖਦੇ ਹਾਂ। ਦ ਯੂਨੀਅਨ ਕਾਊਂਸਿਲ ਆਫ ਮਿਨਿਸਟਰਸ ਇਜ਼ ਅਪੁਆਇੰਟਡ ਬਾਈ ਦਾ। ਜਿਹੜੀ ਯੂਨੀਅਨ ਕਾਊਂਸਿਲ ਹੈ, ਕੇਂਦਰੀ ਮੰਤਰੀ ਪਰਿਸ਼ਦ ਹੈ, ਕਿਸ ਦੁਆਰਾ ਅਪੁਆਇੰਟ ਕੀਤੀ ਜਾਂਦੀ ਹੈ? ਤਾਂ ਉਹ ਕੀਤੀ ਜਾਂਦੀ ਪ੍ਰੈਜ਼ੀਡੈਂਟ ਆਫ ਇੰਡੀਆ ਔਨ ਦੀ ਐਡਵਾਈਸ ਆਫ ਦੀ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਹੈ ਸਿਲੈਕਟ ਕਰਦਾ ਹੈ ਕਿ ਇਹਨਾਂ ਨੂੰ ਅਹੁਦੇ 'ਤੇ ਲਾਉਣਾ, ਅਤੇ ਪ੍ਰੈਜ਼ੀਡੈਂਟ ਉਹਨੂੰ ਨਿਯੁਕਤ ਕਰ ਦਿੰਦਾ ਹੈ, ਉਹਨਾਂ 'ਤੇ ਮੋਹਰ ਲਾ ਦਿੰਦਾ ਹੈ। ਠੀਕ ਹੈ, ਅਗਲਾ ਕੁਐਸਚਨ ਦੇਖਦੇ ਹਾਂ। ਦ ਪ੍ਰੈਜ਼ੀਡੈਂਟ ਕੈਨ ਪ੍ਰੋਕਲੇਮ ਐਮਰਜੈਂਸੀ ਔਨ ਦੀ ਰਿਟਨ ਐਡਵਾਈਸ ਆਫ ਦਾ ਪ੍ਰਾਈਮ ਮਿਨਿਸਟਰ। ਜਦੋਂ ਪ੍ਰਾਈਮ ਮਿਨਿਸਟਰ ਆਪਦੀ ਕੈਬਨਿਟ ਦੇ ਨਾਲ ਸਲਾਹ ਕਰਕੇ ਕਿਸੇ ਵੀ ਹਮਲੇ ਦੌਰਾਨ, ਜਾਂ ਬਾਹਰਲੇ ਹਮਲਾ ਹੋਵੇ, ਜਾਂ ਇੰਟਰਨਲ ਐਗਰੈਸ਼ਨ ਹੋਵੇ, ਜਾਂ ਐਕਸਟਰਨਲ
ਐਗਰੈਸ਼ਨ ਹੋਵੇ ਤਾਂ ਹਾਲਾਤ ਖਰਾਬ ਹੋ ਜਾਣ ਤਾਂ ਉਹ ਐਡਵਾਈਸ ਦਿੰਦਾ ਤਾਂ ਪ੍ਰੈਜ਼ੀਡੈਂਟ ਜਿਹੜਾ ਉਹ ਐਮਰਜੈਂਸੀ ਹੈ ਲਗਾ ਸਕਦਾ। ਕਿਹੜੀ ਐਮਰਜੈਂਸੀ ਲੱਗੂ ਉਦੋਂ? 352 ਨੈਸ਼ਨਲ ਐਮਰਜੈਂਸੀ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ, ਦਾ ਯੂਨੀਅਨ ਕਾਊਂਸਿਲ ਆਫ ਮਿਨਿਸਟਰਸ ਇਜ਼ ਕਲੈਕਟਿਵਲੀ ਰਿਸਪੋਂਸੀਬਲ ਟੂ ਹਾਊਸ ਆਫ ਦਾ ਪੀਪਲ। ਹਾਊਸ ਆਫ ਦਾ ਪੀਪਲ ਲੋਕ ਸਭਾ। ਯੂਨੀਅਨ ਕਾਊਂਸਿਲ ਆਫ ਮਿਨਿਸਟਰ ਕੌਣ ਹੁੰਦੇ ਨੇ? ਜਿਨ੍ਹਾਂ ਕੋਲ ਪੋਰਟਫੋਲੀਓਜ਼ ਹੁੰਦੇ ਨੇ। ਪੋਰਟਫੋਲੀਓਜ਼ ਮਤਲਬ ਅਹੁਦੇ ਡਿਪਾਰਟਮੈਂਟ ਦਿੱਤੇ ਹੁੰਦੇ ਨੇ, ਜਿਵੇਂ ਕਿ ਫਿਨਾਂਸ ਦਾ, ਐਂਡ ਡਿਫੈਂਸ ਮਿਨਿਸਟਰ, ਐਂਡ ਐਜੂਕੇਸ਼ਨ, ਐਗਰੀਕਲਚਰ, ਸਾਇੰਸ ਐਂਡ ਟੈਕਨੀਕਲ। ਤਾਂ ਉਹ ਸਾਰੇ ਰਿਸਪੋਂਸੀਬਲ ਹੁੰਦੇ ਨੇ ਲੋਕ ਸਭਾ ਦੇ ਵਿੱਚ। ਤਾਂ ਉਸ ਤੋਂ ਬਾਅਦ ਅਗਲਾ ਕੁਐਸਚਨ ਵੇਖਦੇ ਹਾਂ, ਆਰਟੀਕਲ 78 ਆਫ ਦੀ ਕੰਸਟੀਟਿਊਸ਼ਨ ਡੀਲਸ ਵਿਦ। ਆਰਟੀਕਲ 78 ਹੈ ਕੰਸਟੀਟਿਊਸ਼ਨ ਦਾ, ਕਿਹਦੇ ਨਾਲ ਡੀਲ ਕਰਦਾ ਜੀ? ਪ੍ਰਾਈਮ ਮਿਨਿਸਟਰਸ ਦੀ ਡਿਊਟੀਜ਼ ਨੇ ਰਿਗਾਰਡਿੰਗ ਕੀਪਿੰਗ ਦਾ ਪ੍ਰੈਜ਼ੀਡੈਂਟ ਇਨਫੋਰਮਡ ਅਬਾਊਟ ਦੀ ਗਵਰਨਮੈਂਟਸ ਡਿਸੀਜ਼ਨ ਐਂਡ ਪੋਲਿਸੀ। ਇਹ ਪ੍ਰਾਈਮ ਮਿਨਿਸਟਰ ਦੀ ਡਿਊਟੀ ਹੁੰਦੀ ਹੈ ਕਿ ਉਹ ਪ੍ਰੈਜ਼ੀਡੈਂਟ ਨੂੰ ਇਨਫੋਰਮਡ ਰੱਖੇ ਤਾਂ ਜਿਹੜੀ ਵੀ ਗਵਰਨਮੈਂਟਸ ਦੀਆਂ ਡਿਸੀਜ਼ਨਸ ਨੇ ਜਾਂ ਪੋਲਿਸੀਜ਼ ਨੇ। ਅਗਲਾ ਕੁਐਸਚਨ ਦੇਖਦੇ ਹਾਂ, ਅਗਲਾ ਹੈਗਾ ਜੀ, ਦਾ ਮੈਕਸੀਮਮ ਡਿਊਰੇਸ਼ਨ ਫॉर ਵਿਚ ਦਾ ਵਾਈਸ ਪ੍ਰੈਜ਼ੀਡੈਂਟ ਮੇ ਅਫੀਸ਼ੀਏਟ ਐਜ਼ ਦਾ ਪ੍ਰੈਜ਼ੀਡੈਂਟ ਈ। ਤਾਂ ਜਦੋਂ ਪ੍ਰੈਜ਼ੀਡੈਂਟ ਨਹੀਂ ਹੁੰਦਾ ਤਾਂ ਵਾਈਸ ਪ੍ਰੈਜ਼ੀਡੈਂਟ ਕਿੰਨਾ ਟਾਈਮ ਤੱਕ ਪ੍ਰੈਜ਼ੀਡੈਂਟ ਦਾ ਰੋਲ ਅਦਾ ਕਰਦਾ, ਡਿਊਟੀ ਕਰਦਾ? ਤਾਂ ਉਹ ਕਰਦਾ ਜੀ 6 ਮਹੀਨੇ। 6 ਮਹੀਨੇ ਦੇ ਵਿੱਚ ਅਗਲਾ ਜਿਹੜਾ ਪ੍ਰੈਜ਼ੀਡੈਂਟ ਚੁਣ ਲਿਆ ਜਾਂਦਾ ਹੈ। ਤਾਂ ਵਾਈਸ ਪ੍ਰੈਜ਼ੀਡੈਂਟ ਹੁਣ ਕੌਣ ਹੈ ਜੀ? ਐਮ ਵੈਂਕਈਆ ਨਾਇਡੂ, ਜਿਹੜਾ ਕਿ ਚੇਅਰਮੈਨ ਵੀ ਹੁੰਦਾ ਰਾਜ ਸਭਾ ਦਾ। ਅਗਲਾ ਹੈ ਦਾ ਪ੍ਰੈਜ਼ੀਡੈਂਟ ਰੂਲ ਹੈ ਜਿਹੜਾ ਇਨ ਸਟੇਟ ਕੈਨ ਬੀ ਕੰਟੀਨਿਊਡ ਫॉर ਏ ਮੈਕਸੀਮਮ ਪੀਰੀਅਡ ਆਫ 6 ਮੰਥ। ਠੀਕ ਹੈ ਜੀ, 6 ਮਹੀਨਿਆਂ ਤੱਕ ਜਿਹੜਾ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਹੈ ਜਿਹੜਾ ਉਹ ਕੰਟੀਨਿਊ ਕੀਤਾ ਜਾ ਸਕਦਾ, ਲਵਾਇਆ ਜਾ ਸਕਦਾ। ਅਗਲਾ ਕੁਐਸਚਨ ਦੇਖਦੇ ਹਾਂ, ਤਾਂ ਜਿਹੜਾ ਪ੍ਰੈਜ਼ੀਡੈਂਟ ਰੂਲ ਆ ਉਹ ਕਿਸੇ ਆਰਟੀਕਲ ਦੇ ਵਿੱਚ ਆਉਂਦਾ? ਉਹ ਆਉਂਦਾ ਜੀ 356 ਸਟੇਟ ਐਮਰਜੈਂਸੀ ਜਾਂ ਪ੍ਰੈਜ਼ੀਡੈਂਟ ਰੂਲ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ, ਦਾ ਚੇਅਰਮੈਨ ਐਂਡ ਮੈਂਬਰਸ ਆਫ ਦੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਆਰ ਅਪੁਆਇੰਟਡ ਬਾਏ ਦਾ। ਪਹਿਲਾਂ ਪੁੱਛੇ UPSC, ਹੁਣ ਪੁੱਛਣੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦਾ। ਤਾਂ ਇਹ ਵੀ ਪ੍ਰੈਜ਼ੀਡੈਂਟ ਹੀ ਕਰਦਾ। ਠੀਕ ਹੈ ਜੀ, ਪ੍ਰੈਜ਼ੀਡੈਂਟ ਦੁਆਰਾ ਹੀ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਦੇਖਦੇ ਹਾਂ, ਵੈਨ ਏ ਸਟੇਟ ਗਵਰਨਰ ਡਾਈਜ਼ ਔਰ ਰਿਜ਼ਾਈਨਸ ਹੂ ਨਾਰਮਲੀ ਐਕਸਰਸਾਈਜ਼ਸ ਹਿਜ਼ ਫੰਕਸ਼ਨਸ ਟਿਲ ਏ ਨਿਊ ਗਵਰਨਰ ਇਜ਼ ਅਪੁਆਇੰਟਡ। ਜਦੋਂ ਇੱਕ ਗਵਰਨਰ ਦੀ ਡੈਥ ਹੋ ਜਾਂਦੀ ਹੈ ਜਾਂ ਉਹ ਰਿਜ਼ਾਈਨ ਦੇ ਜਾਂਦਾ, ਅਸਤੀਫਾ ਦੇ ਜਾਂਦਾ, ਤਾਂ ਉਹਨਾਂ ਟਾਈਮ ਤੱਕ ਕੌਣ ਉਸ ਦੀ ਥਾਂ 'ਤੇ ਕੰਮ ਕਰਦਾ ਹੈ ਜਿੰਨਾ ਚਿਰ ਨਵਾਂ ਗਵਰਨਰ ਅਪੁਆਇੰਟ ਨਹੀਂ ਹੁੰਦਾ? ਉਹ ਕਰਦਾ ਜੀ ਚੀਫ ਜਸਟਿਸ ਆਫ ਹਾਈ ਕੋਰਟ। ਹਾਈ ਕੋਰਟ ਦਾ ਜੋ ਵੀ ਚੀਫ ਜਸਟਿਸ ਹੈ ਉਹ ਕਰਦਾ। ਤਾਂ ਹੁਣ ਪੰਜਾਬ ਅਤੇ ਹਰਿਆਣੇ ਦਾ ਹਾਈ ਕੋਰਟ ਦਾ ਜਿਹੜਾ ਜੱਜ ਹੈ ਉਹ ਕੌਣ ਹੈ? ਉਹ ਹੈਗੀ ਰਵੀ ਸ਼ੰਕਰ ਝਾ, ਜਸਟਿਸ ਰਵੀ ਸ਼ੰਕਰ ਝਾ। ਠੀਕ ਹੈ। ਅਤੇ ਜਿਹੜਾ ਹਾਈ ਕੋਰਟ ਨੇ ਸਟੇਟ ਦੇ, ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਨੇ? ਉਹ ਨੇ 224A 224A ਆਰਟੀਕਲ ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਅਗਲਾ ਹੈਗਾ ਜੀ, ਵੈਨ ਏ ਫਾਈਨੈਂਸ਼ੀਅਲ ਐਮਰਜੈਂਸੀ ਇਜ਼ ਪ੍ਰੋਕਲੇਮਡ। ਫਾਈਨੈਂਸ਼ੀਅਲ ਐਮਰਜੈਂਸੀ ਆ ਗਈ, ਇਹ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ? 360 ਆਰਟੀਕਲ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ। ਤਾਂ ਉਦੋਂ ਕੀ ਹੁੰਦਾ ਜਦੋਂ ਇਹ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਹੈ? ਤਾਂ ਕੀ ਹੁੰਦਾ, ਸੈਲਰੀਜ਼ ਨੇ ਜਿਹੜੇ ਅਲਾਊਂਸਿਸ ਨੇ, ਭੱਤੇ ਨੇ ਕਿਸੇ ਵੀ ਕਲਾਸ ਦੇ ਆਫ ਇੰਪਲੋਇਜ਼ ਦੇ A B C ਕਲਾਸ D ਤੱਕ ਮੇ ਵੀ ਰਿਡਿਊਸਡ, ਜਦੋਂ ਰਿਡਿਊਸ ਕਰ ਦਿੱਤੇ ਜਾਂਦੇ ਨੇ। ਠੀਕ ਹੈ ਜੀ। ਤਾਂ ਉਦੋਂ ਜਿਹੜੀ ਆ ਐਮਰਜੈਂਸੀ ਲੱਗ ਜਾਂਦੀ ਹੈ, 360 ਦੇ ਵਿੱਚ ਆਉਂਦੀ ਹੈ। ਅਗਲਾ ਕੁਐਸਚਨ ਹੈ, ਹੂ ਅਪੁਆਇੰਟਸ ਦੀ ਚੇਅਰਮੈਨ ਆਫ ਦੀ UPSC। ਚੇਅਰਮੈਨ ਨੂੰ ਕੌਣ ਅਪੁਆਇੰਟ ਕਰਦਾ ਜੀ? ਪ੍ਰੈਜ਼ੀਡੈਂਟ। ਸਿੱਧਾ ਇਹ ਕੁਐਸਚਨ ਹੈ। UPSC ਜਿਹੜੀ ਅਪੁਆਇੰਟ UPSC ਦੇ ਚੇਅਰਮੈਨ ਨੂੰ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ। ਹਾਂਜੀ, ਅੱਗੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ ਦੀ ਗਵਰਨਰ ਆਫ ਏ ਸਟੇਟ। ਗਵਰਨਰ ਜਿਹੜਾ ਗਵਰਨਰ ਹੈ ਸਟੇਟ ਦਾ, ਉਸ ਦੇ ਨਾਲ ਸੰਬੰਧਿਤ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਹੈ? ਅਤੇ ਸਾਰੇ ਸਹੀ ਨੇ ਜੀ। ਉਹ ਰਿਕਮੈਂਡ ਕਰ ਸਕਦਾ ਪ੍ਰੈਜ਼ੀਡੈਂਟ ਨੂੰ ਪ੍ਰੈਜ਼ੀਡੈਂਟ ਰੂਲ ਲਾਉਣ ਵਾਸਤੇ ਸਟੇਟ ਦੇ ਵਿੱਚ, ਆਰਟੀਕਲ 356 ਦੇ ਤਹਿਤ। ਅਤੇ ਕੋਈ ਵੀ ਬਿੱਲ ਹੈ ਜਿਹੜਾ ਇੰਟਰੋਡਿਊਸ ਨਹੀਂ ਕੀਤਾ ਜਾ ਸਕਦਾ ਸਟੇਟ ਲੈਜਿਸਲੇਚਰ ਦੇ ਵਿੱਚ ਉਸ ਦੀ ਪਹਿਲਾਂ ਤੋਂ ਲਈ ਗਈ ਪਰਮਿਸ਼ਨ ਤੋਂ ਬਿਨਾਂ। ਠੀਕ ਹੈ ਜੀ। ਉਹ ਆਰਡੀਨੈਂਸ ਨੇ ਉਹ ਵੀ ਇਸ਼ੂ ਕਰ ਸਕਦਾ ਜਦੋਂ ਕੋਈ ਵੀ ਮੀਟਿੰਗ ਨਹੀਂ ਹੋ ਰਹੀ, ਸੈਸ਼ਨ ਨਹੀਂ ਹੋ ਰਿਹਾ ਲੈਜਿਸਲੇਚਰ ਵਿਧਾਨ ਸਭਾ ਦੇ ਵਿੱਚ, ਤਾਂ ਗਵਰਨਰ ਹੈ ਉਹ ਆਰਡੀਨੈਂਸ ਜਾਰੀ ਕਰਦਾ।
ਠੀਕ ਹੈ ਜੀ। ਤਾਂ ਸੈਂਟਰ ਦੇ ਵਿੱਚ ਕੌਣ ਕਰਦਾ ਹੈ? ਪ੍ਰੈਜ਼ੀਡੈਂਟ। ਠੀਕ ਹੈ, ਅੱਗੇ ਦੇਖਦੇ ਹਾਂ। If the president wants to resign from office, he may do so by writing to, ਜਿਵੇਂ ਕਿ ਤੁਹਾਨੂੰ ਕੱਲ੍ਹ ਹੀ ਦੱਸਿਆ ਕਿ ਰਾਸ਼ਟਰਪਤੀ ਨੇ ਅਸਤੀਫਾ ਦੇਣਾ ਹੈ ਤਾਂ ਉਹ ਕਿਸ ਨੂੰ ਦਊਗਾ? ਉਹ ਦਊਗਾ ਵਾਈਸ ਪ੍ਰੈਜ਼ੀਡੈਂਟ ਨੂੰ। ਇਹ ਇੱਕ ਦੂਜੇ ਨੂੰ ਅਸਤੀਫਾ ਦਿੰਦੇ ਨੇ ਆਪਣਾ। ਜੇ ਪ੍ਰੈਜ਼ੀਡੈਂਟ ਨੇ ਲੈਣਾ ਹੋਵੇ ਤਾਂ ਵਾਈਸ ਪ੍ਰੈਜ਼ੀਡੈਂਟ ਦੇ ਦਿੰਦਾ, ਅਤੇ ਜੇ ਵਾਈਸ ਪ੍ਰੈਜ਼ੀਡੈਂਟ ਨੇ ਅਸਤੀਫਾ ਲੈਣਾ ਹੋਵੇ ਤਾਂ ਉਹ ਪ੍ਰੈਜ਼ੀਡੈਂਟ ਨੂੰ ਅਸਤੀਫਾ ਦਿੰਦਾ ਹੈ। ਅਗਲਾ ਕੁਐਸ਼ਨ ਦੇਖਦੇ ਹਾਂ ਜੀ, ਇਜ਼ ਦਾ ਪ੍ਰਾਈਮ ਮਿਨਿਸਟਰ ਬਾਊਂਡ ਟੂ ਐਡਵਾਈਸ ਇਜ਼ ਸਾਊਟ। ਜਦੋਂ ਕਹਿੰਦੇ ਐਡਵਾਈਸ ਮੰਗੀ ਜਾਂਦੀ ਹੈ ਪ੍ਰਾਈਮ ਮਿਨਿਸਟਰ ਤੋਂ, ਇਹ ਪ੍ਰੈਜ਼ੀਡੈਂਟ ਦੁਆਰਾ ਮੰਗੀ ਜਾਂਦੀ ਹੈ, ਤਾਂ ਉਹ ਬਾਊਂਡ ਹੁੰਦਾ ਹੈ ਕਿ ਉਹ ਬੰਨਿਆ ਹੁੰਦਾ ਹੈ ਕਿ ਉਹ ਦੇਣੀ ਪਊਗੀ ਉਹਨੂੰ ਐਡਵਾਈਸ। ਤਾਂ ਇਹਦਾ ਆਨਸਰ ਹੈ ਕਿ ਯੈਸ, ਉਹਨੂੰ ਐਡਵਾਈਸ ਦੇਣੀ ਹੀ ਪਊਗੀ ਹਰ ਹਾਲ ਦੇ ਵਿੱਚ, ਕਿਉਂਕਿ ਆਰਟੀਕਲ 74 ਹੈ ਉਸ ਦੇ ਵਿੱਚ ਇਹ ਮੈਂਸ਼ਨ ਕੀਤਾ ਕਿ ਪ੍ਰੈਜ਼ੀਡੈਂਟ ਨੂੰ ਐਡਵਾਈਸ ਦੇਣ ਲਈ ਜਾਂ ਉਸ ਨੂੰ ਸਲਾਹ ਮਸ਼ਵਰਾ ਕਰਨ ਲਈ ਪ੍ਰਾਈਮ ਮਿਨਿਸਟਰ ਹੋਊਗਾ, ਅਤੇ ਜੋ ਉਸ ਨੂੰ ਸਲਾਹ ਦਊਗਾ ਹੀ ਹਰ ਹਾਲ ਦੇ ਵਿੱਚ, ਤਾਂ ਉਹ ਬਾਊਂਡ ਹੁੰਦਾ ਹੈ। ਇਹ ਯਾਦ ਰੱਖਿਓ। ਅਗਲਾ ਕੁਐਸ਼ਨ ਦੇਖਦੇ ਹਾਂ, ਦਾ 5 year ਟਰਮ ਆਫ ਪ੍ਰੈਜ਼ੀਡੈਂਟ ਇਜ਼ ਕੈਲਕੂਲੇਟਡ ਫਰੋਮ ਦਾ। ਇਸ ਦਾ ਇਹ ਕੁਐਸ਼ਨ ਹੈ ਜੀ, ਪ੍ਰੈਜ਼ੀਡੈਂਟ ਦੀ ਜਿਹੜੀ 5 year ਦੀ ਟਰਮ ਹੈ ਉਹ ਕਦੋਂ ਤੋਂ ਕਾਊਂਟ ਹੁੰਦੀ ਹੈ? ਇਹ ਹੁੰਦੀ ਹੈ ਜੀ ਡੇ ਹੀ ਅਜ਼ਿਊਮਸ ਚਾਰਜ, ਜਦੋਂ ਹੀ ਉਹ ਚਾਰਜ ਵਿੱਚ ਆਉਂਦਾ, ਮਤਲਬ ਕਿ ਸਹੁੰ ਚੁੱਕਦਾ। ਠੀਕ ਹੈ ਜੀ, ਸਹੁੰ ਕੌਣ ਚੁਕਾਉਂਦਾ ਹੈ? ਪ੍ਰੈਜ਼ੀਡੈਂਟ ਨੂੰ। ਸੁਪਰੀਮ ਕੋਰਟ ਦਾ ਜੱਜ, CJI, ਚੀਫ ਜਸਟਿਸ ਆਫ ਇੰਡੀਆ। ਉਸ ਤੋਂ ਬਾਅਦ ਹੂ ਇਜ਼ ਦਾ ਐਕਸ ਅਫੀਸ਼ੀਓ ਚੇਅਰਮੈਨ ਆਫ ਦਾ ਕਾਊਂਸਲ ਆਫ ਸਟੇਟਸ। ਕਾਊਂਸਲ ਆਫ ਸਟੇਟਸ ਦਾ ਜਿਹੜਾ ਐਕਸ ਅਫੀਸ਼ੀਓ ਚੇਅਰਮੈਨ ਹੈ ਉਹ ਕੌਣ ਹੁੰਦਾ ਹੈ? ਉਹ ਹੁੰਦਾ ਜੀ ਵਾਈਸ ਪ੍ਰੈਜ਼ੀਡੈਂਟ। ਕਾਊਂਸਲ ਆਫ ਸਟੇਟਸ ਕਿਸ ਨੂੰ ਕਹਿੰਦੇ ਨੇ? ਰਾਜ ਸਭਾ ਨੂੰ। ਰਾਜ ਸਭਾ ਦੇ ਵਿੱਚ ਚੇਅਰਮੈਨ ਕੌਣ ਹੁੰਦਾ ਹੈ? ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ। ਹੁਣ ਕੌਣ ਹੈ ਜੀ? M ਵੈਂਕਈਆ ਨਾਇਡੂ। ਉਹ ਵਾਈਸ ਪ੍ਰੈਜ਼ੀਡੈਂਟ ਵੀ ਨੇ ਅਤੇ ਉਹ ਚੇਅਰਮੈਨ ਵੀ ਨੇ ਰਾਜ ਸਭਾ ਦੇ, ਜਿਹਨੂੰ ਕਾਊਂਸਲ ਆਫ ਸਟੇਟਸ ਵੀ ਕਹਿੰਦੇ ਨੇ। ਅਤੇ ਉਹ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ। ਐਕਸ ਅਫੀਸ਼ੀਓ ਉਹ ਹੁੰਦਾ ਜੋ ਇੱਕ ਜੋਬ ਕਰ ਰਿਹਾ ਤਾਂ ਨਾਲ ਉਸ ਨੂੰ ਦੂਜਾ ਅਹੁਦਾ ਵੀ ਦਿੱਤਾ ਹੋਇਆ ਹੁੰਦਾ ਹੈ, ਤਾਂ ਉਸ ਦਾ ਆਪਣੇ ਆਪ ਜੇ ਉਹ ਵਾਈਸ ਪ੍ਰੈਜ਼ੀਡੈਂਟ ਬਣਦਾ ਮਤਲਬ ਕਿ, ਤਾਂ ਉਹ ਚੇਅਰਮੈਨ ਵੀ ਬਣ ਜਾਂਦਾ ਹੈ ਰਾਜ ਸਭਾ ਦਾ। ਅਗਲਾ ਲਾਸਟ ਕੁਐਸ਼ਨ ਦੇਖਦੇ ਹਾਂ, ਅੰਡਰ ਵਿਚ ਆਰਟੀਕਲ ਆਫ ਦ ਕੰਸਟੀਟਿਊਸ਼ਨ ਇਜ਼ ਪ੍ਰੈਜ਼ੀਡੈਂਟਸ ਰੂਲ ਪ੍ਰੋਮulgated ਔਨ ਐਨੀ ਸਟੇਟ ਇਨ ਇੰਡੀਆ। ਹਾਂਜੀ, ਪ੍ਰੈਜ਼ੀਡੈਂਟ ਰੂਲ ਕਿਹੜੇ ਤਹਿਤ ਲੱਗਦਾ? 356 ਦਿਨ ਪਹਿਲੇ ਦੱਸਤਾ ਸੀ। ਇਹ ਸੀ ਅੱਜ ਦੇ ਕੁਐਸ਼ਨ। ਧੰਨਵਾਦ।